ਮੀਡੀਆ ਵੇਸ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਅੰਤਰਗਤ ਆਪ ਸਭ ਦਾ ਨਿੱਘਾ ਸਵਾਗਤ ਹੈ। ਹਮੇਸ਼ਾ ਇਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਇਹ ਜਾਣਕਾਰੀਆਂ ਉਹ ਦਿੱਤੀਆਂ ਜਾਂਦੀਆਂ ਨੇ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਇਸ ਵਕਤ 'ਤੇ ਸਰਗਰਮ ਹੋਣ, ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਬਾਰੇ ਜ਼ਰੂਰ ਜਾਣਕਾਰੀ ਰੱਖੋ। ਪਿਛਲੇ ਕੁਝ ਸਮੇਂ ਤੋਂ ਨਿਰਸੰਦੇਹ ਸਾਡੇ ਖੇਤਰੀ ਇਲਾਕੇ ਦੇ ਵਿੱਚ ਖਾਸ ਤੌਰ ਦੇ ਉੱਤੇ ਉਹ ਲੋਕ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸਾਡੀ ਸਿਸਟਮ ਸਟਰਕਚਰ ਹੈ ਜਿਹੜਾ ਉਸ ਦੇ ਵਿੱਚ ਮਦਦ ਦੀ ਜ਼ਰੂਰਤ ਹੈ, ਔਰ ਉਹ ਭਾਸ਼ਾਵਾਂ ਜਿਹੜੀਆਂ ਉਹਨਾਂ ਦੇ ਪਿਛੋਕੜ ਦੀਆਂ ਨੇ ਉਹਨਾਂ ਦੇ ਵਿੱਚ ਆਪਣੇ ਤਕਲੀਫ ਦੱਸ ਕੇ ਆਪਣੀਆਂ ਸਰਵਿਸਿਜ਼ ਜਿਹੜੀਆਂ ਪ੍ਰਾਪਤ ਕਰ ਸਕਣ, ਇਹ ਸੇਵਾਵਾਂ ਪ੍ਰਦਾਨ ਕਰਦੀ ਹੈ ਸਾਡੀ ਕਮਿਊਨਿਟੀ ਦੀ ਨਾਮਵਰ ਖੈਰਾਤੀ ਸੰਸਥਾ ਪਿਕਸ, ਪ੍ਰੋਗਰੈਸਿਵ ਇੰਟਰਕਲਚਰ ਸਰਵਿਸਿਜ਼ ਸੁਸਾਇਟੀ। ਇਸ ਦੇ ਕਾਰਗੁਜ਼ਾਰੀ ਖਾਸ ਤੌਰ ਦੇ ਉੱਤੇ ਕੁਝ ਬੰਦਿਆਂ ਵੱਲੋਂ, ਮੋਹਰੀਆਂ ਵੱਲੋਂ ਜਿਹੜੀ ਕਾਰਗੁਜ਼ਾਰੀ ਹੈ ਉਸ ਦੇ ਉੱਤੇ ਬੜੇ ਸਮੇਂ ਤੋਂ ਸਵਾਲ ਉੱਠ ਰਹੇ ਨੇ। ਸਵਾਲਾਂ ਦਾ ਜਵਾਬ ਤਾਂ ਨਹੀਂ ਮਿਲਿਆ, ਹਾਂ ਵਕੀਲਾਂ ਦੀਆਂ ਚਿੱਠੀਆਂ ਜ਼ਰੂਰ ਪਹੁੰਚੀਆਂ, ਪੁਲਿਸ ਹੈ ਜਿਹੜੀ ਉਸ ਦਾ ਵੀ ਪਹੁੰਚਣਾ ਹੋਇਆ, ਜਿਸ ਨੂੰ ਅਸੀਂ ਤੁਹਾਡੇ ਨਾਲ ਨਿਸੰਗ ਹੋ ਕੇ ਖੁੱਲ੍ਹੇ ਤਰੀਕੇ ਦੇ ਵਿੱਚ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਦੱਸਦੇ ਆ ਰਹੇ ਹਾਂ। AGM 10 ਸਤੰਬਰ ਨੂੰ ਦਿਨ ਐਤਵਾਰ ਨੂੰ ਹੁਣ ਜਾ ਰਹੀ ਹੈ, ਜਿਸ ਦੇ ਵਿੱਚ ਅਸੀਂ ਆਪ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਮੀਡੀਆ ਵੇਵ ਦੇ ਪਲੇਟਫਾਰਮ ਤੋਂ ਖੈਰਾਤੀ ਸੰਸਥਾ ਜਿਹੜੀ ਕਿ ਟੈਕਸ ਪੇਅਰ ਦਾਨ ਦਕਸ਼ਨਾ ਦੇ ਨਾਲ ਚੱਲਦੀ ਹੈ, ਤਾਂ ਇਸ ਦੀ AGM ਦੇ ਵਿੱਚ ਬੋਰਡ ਆਫ ਡਾਇਰੈਕਟਰਸ ਕੌਣ ਚੁਣੇ ਜਾਂਦੇ ਨੇ, ਕੀ ਪ੍ਰਕਿਰਿਆ ਹੈ, ਉਸ ਨੂੰ ਜਾਣਨ ਲਈ ਜ਼ਰੂਰ ਪਹੁੰਚੋ। ਤੁਹਾਡੇ ਵੱਲੋਂ ਬੇਅੰਤ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਸੀ ਕਿ ਕੀ ਗੱਲ ਆ, ਤੁਸੀਂ ਕਿਉਂ ਨਹੀਂ ਦੱਸਦੇ ਕਿ ਇਹ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੋ ਸ਼ਰਾਬੀ ਕਬਾਬੀ ਤੇ ਜਾਂ ਫਿਰ ਦਾਗੀ ਸਸਪੈਂਡਡ ਜਿਹੜੇ ਰਿਐਲਟਰ ਨੇ ਉਹ ਕੌਣ ਨੇ। ਕੱਲ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਖੁਲਾਸਾ ਕੀਤਾ ਕਿ ਦਾਗੀ ਸਸਪੈਂਡਡ ਰਿਐਲਟਰ ਨੇ ਜਿਹੜੇ ਕੈਮ ਪਵਾਰ ਨੇ। ਬਸ ਇਹ ਜਾਣਕਾਰੀ ਬਾਹਰ ਨਸ਼ਰ ਹੋਣ ਦੀ ਦੇਰ ਸੀ ਕਿ ਯਕਦਮ ਜਿਹੜੀਆਂ ਧਮਕੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਗਈਆਂ। ਜੀ ਹਾਂ, ਧਮਕੀਆਂ ਇਹੋ ਜਿਹਾ ਕੀ ਹੈ AGM ਦੇ ਵਿੱਚ ਜਿਹੜਾ ਕਿ ਆਪਣੇ ਆਪ ਦੇ ਵਿੱਚ ਲੁਕੋ ਕੇ ਨਿਰਧਾਰਤ ਖਿਚੜੀ ਪਕਾਉਣ ਦੀ ਪਰੰਪਰਾ ਚੱਲ ਰਹੀ ਹੈ, ਔਰ ਕੈਂਪ ਵਾਰ ਦੇ ਸਸਪੈਂਸ਼ਨ ਦੇ ਜਿਹੜੇ ਰਿਜ਼ਲਟ ਨੇ ਉਹ ਕੋਈ ਵੀ ਜਿਹੜਾ ਰਿਐਲਟਰ ਹੈ ਉਹ ਦੇਖ ਸਕਦਾ, ਆਮ ਪਬਲਿਕ ਦੇਖ ਸਕਦੀ ਹੈ। BCFSA ਦੀ ਵੈਬਸਾਈਟ ਦੇ ਉੱਤੇ ਪੂਰੇ ਦਾ ਪੂਰਾ ਲਿਖਿਆ ਹੁੰਦਾ, ਕੋਈ ਵੀ ਰਿਐਲਟਰ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਕਰਦਾ ਉੱਥੇ ਜਾਣਕਾਰੀ ਹੁੰਦੀ ਹੈ, ਪਬਲਿਕ ਹੈ ਉਹ, ਕਿਉਂਕਿ ਜਿਹੜੇ ਰਿਐਲਟਰ ਨੇ ਉਹ ਪਬਲਿਕ ਨੂੰ ਸੇਵਾਵਾਂ ਦਿੰਦੇ ਨੇ, ਜਗੀਰਦਾਰਾਂ ਨੂੰ ਨਹੀਂ। ਜਿਉਂ ਹੀ ਐਕਸਪੋਜ਼ ਕੀਤਾ ਉਸ ਤੋਂ ਬਾਅਦ ਜੀ ਹਾਂ ਜਾਨ ਮਾਰ ਮਕਾਉਣ ਦੀਆਂ ਧਮਕੀਆਂ ਨੇ ਜਿਹੜੀਆਂ ਉਹ ਪਹੁੰਚਣੀਆਂ ਸ਼ੁਰੂ ਹੋ ਗਈਆਂ ਕਿ ਅੱਛਾ ਤੁਹਾਨੂੰ ਦੇਖ ਲਾਂਗੇ, ਮਾਰ ਮਕਾਵਾਂਗੇ। ਚਲੋ ਦੇਖਦੇ ਹਾਂ ਕਿਹਦੇ 'ਚ ਇੰਨੀ ਜ਼ਰੂਰਤ ਹੈ ਕਿ ਆਜ਼ਾਦ ਆਵਾਜ਼, ਔਰ ਉਹ ਵੀ ਮੀਡੀਆ ਦੀ ਆਜ਼ਾਦ ਆਵਾਜ਼ ਨੂੰ ਡਰਾ ਸਕੇ ਜਾਂ ਬੰਦ ਕਰ ਸਕੇ। ਇਹ ਗੱਲ ਤੇ ਪੱਕੀ ਹੋ ਜਾਂਦੀ ਹੈ, ਇਹ ਫੈਕਟ ਹੈ ਸਾਡੇ ਪਾਸ ਵੀ, ਕਿ ਜਦੋਂ ਕੋਈ ਵੀ ਵਿਅਕਤੀ ਮੀਡੀਆ ਪਰਸਨੈਲਿਟੀ ਨੂੰ ਜਾਂ ਮੀਡੀਆ ਨੂੰ ਕੋਈ ਗੱਲ ਤੱਥਾਂ ਦੇ ਆਧਾਰ ਦੇ ਉੱਤੇ ਬਾਹਰ ਨਸ਼ਰ ਕਰਨ ਤੋਂ ਉਪਰੰਤ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ, ਇਹ ਗੱਲ ਸ਼ਰਤੀ ਹੈ ਕਿ ਹਜੇ ਤਾਂ ਅਸੀਂ ਕੁਝ ਵੀ ਨਹੀਂ ਸਾਨੂੰ ਮਿਲਿਆ, ਹਜੇ ਹੋਰ ਵੀ ਬਹੁਤ ਕੁਛ ਹੈ। ਦੇਖਣਾ ਇਹ ਹੋਏਗਾ ਕਿ ਪਿਕਸ ਇਹੋ ਜਿਹੇ ਬੋਰਡ ਆਫ ਡਾਇਰੈਕਟਰਸ ਨੂੰ ਕੀ ਸਹਿ ਦਿੰਦੀ ਹੈ, ਕਿ ਪਿਕਸ ਉਹ ਸੰਸਥਾ ਜਿਹੜੀ ਕਿ ਲੋੜਵੰਦ ਲੋਕਾਂ ਦੀ ਮਦਦ ਦੇ ਲਈ ਬਣੀ ਸੀ, ਹੁਣ ਇਸ ਤਰ੍ਹਾਂ ਦੇ ਗੁੰਡਾਗਰਦੀ ਨੂੰ ਸਹਿ ਦੇਣ ਵਾਲੀ ਬਣ ਗਈ ਹੈ। ਇਸ ਦਾ ਵੀ ਦੂਰ ਤੱਕ ਚੰਗੀ तरह खोख के पड़ताल की जाएगी। जी आशाना। बिल्कुल दीदी, आप जितने भी लोग इस समय हमारी आवाज़ सुन रहे हैं उन सभी को हम स्वागत करते हैं www.mw.live.ca पर। और जिस तरह से आपने एडिटोरियल बड़ी अच्छी तरह से एक्सप्लेन किया कि पिक्स के जो करप्शन फैक्ट्स है, पिक्स के अंदर क्या हो रहा है, जो हम बाहर ला रहे हैं, कुछ लोगों को शायद ना पसंद हो, जो करप्ट पीपल है उनको शायद इन चीज़ों को वो ना पसंद करे उनको एक्सपोज करना, बट जो हकीकत है, जो फैक्ट है, वो हम आप तक ज़रूर पहुंचाते हैं, आप लोगों को बताते हैं कि दिस इज़ व्हाट इट इज़। लेकिन ये मीडिया का काम है, ये हमारा काम है। आज के मीडिया नहीं हम, वी हैव बीन अराउंड फॉर द लास्ट 30 years, दीदी हैज़ बीन अराउंड फॉर द लास्ट अबाउट 30+ years, एंड ये जो हम लोगों ने मीडिया में हासिल किया है, कुछ लोग शायद हमें ना पसंद करें,
क्योंकि हम लोग सच्चाई सामने रख देते हैं टेबल पर कि जी देखो, इसे इसे टटोलो, इसे समझो और इसके बाद अपना जो डिसीजन है वो बनाओ। तो जो लोग इन चीज़ों को गलत इस्तेमाल करते हैं, जो गलत ख्याल के रखने वाले लोग हैं, वो शायद हमें ना पसंद करें, और हम चाहते भी नहीं हैं कि हमें कोई पसंद करे। इसलिए हम प्रोग्राम्स नहीं देते कि लोग हमें पसंद करें, इसलिए हम प्रोग्राम्स देते हैं कि लोगों को एक्चुअल जो जानकारी है वो पता चले। पिक्स के अंदर बहुत सारे एलिगेशंस सामने आए, बहुत सारे सवाल, बहुत सारी बातें, सरकारी दफ्तर तक भी हमने दरवाज़ा खटखटाया। पिक्स के अंदर क्या हो रहा है, क्या नहीं हो रहा है, एवरीथिंग वाज एक्सपोज्ड। हाँ, मीडिया वेव्स के प्लेटफॉर्म पे हम लोगों ने ये सारी बातें एक्सपोज की। अब कोई और मीडिया ना करे या ना करे, मैं उसकी गारंटी नहीं लेती हूँ, लेकिन एक रेडियोथॉन के दरमियान जो डोनेशंस इकट्ठे किए गए थे, वो हेड ऑफ फाइनेंस सतवीर चीमा के भतीजा के अकाउंट में गया। इसके बारे में हम शरेआम बात करते हैं, हमारे पास उसका पूरा प्रूफ है। इसके अलावा और भी जो काम पिक्स के अंदर हो रहे हैं, लोगों ने आकर हमें बताया, रिकॉर्डिंग दी। हम कौन सा पिक्स में कभी काम किए? I've never worked for PICS. I know you did some volunteer works, but other than that, we have never worked for PICS. So जब तक PICS के अंदर के जो बातचीत है वो हम तक ना पहुँचे, we don't know. So we got all this information, and जो बातें हैं लोगों तक पता होना चाहिए, क्योंकि लोग डोनेशन देते हैं। शुक्र है हमारे कौम, हमारे लोग गुरु नानक नाम सुनते ही डाइवर्सिटी विलेज का डोनेशंस देना शुरू कर दिए थे। एंड दिस इज व्हाट वी हैव एक्सपोज्ड आउट। लेकिन जो बोर्ड ऑफ डायरेक्टर्स बैठे हैं ना पिक्स के अंदर, उनको कुछ नहीं नजर आएगा। वो कहते हैं ना मलकीत सिंह के गाने में काला चश्मा, मुझे लगता है बोर्ड ऑफ डायरेक्टर्स वाले सारे काला चश्मा लगा के बैठे हुए हैं। इस चश्मे का नवा ना सतवीर चीमा चश्मा रख दो। तो ये जो चश्मा है, जो काला चश्मा है, उन्होंने ये काला ऐनक जो है, ये बोर्ड ऑफ डायरेक्टर्स को उसके थ्रू नज़र नहीं आ रहा कि पिक्स के अंदर हो क्या रहा है। सो ऑल द फैक्ट्स हम निकाल कर सामने रखे। कई बार हम लोगों को बड़े बड़े धमकियाँ भी दी है, सतवीर चीमा ने हमारे घर RCMP भी भेजा है, बहुत कुछ किया, लेकिन हद है, लिमिट है। कल मुझे जान की धमकी दी गई। शायद अगर एक मेल रिपोर्टर होते, हम मेल जर्नलिस्ट होते, तो शायद ये काम नहीं किया जाता, लेकिन वी आर फीमेल। चलो, मैं इस पे भी नहीं ज़्यादा ज़्यादा इस पे भी नहीं कहूँगी कि फीमेल जर्नलिस्ट, लेकिन हाँ, हम लोगों को जान की धमकी दी जा रही है। मुझे बताया गया ओपनली कि अगर आप पिक्स सतवीर चीमा कैंप पवार के बारे में बातें बंद करना नहीं करोगी, तो देख ले तुम्हारे साथ क्या होना है। मैं कहा, ऐसी धमकियां मुझे हजारों मिल चुके हैं। आई डोंट रियली केयर, कर ले जो सतवीर चीमा, जो कैंप पवार करना चाहते। कैंप पवार की तरह मैं सस्पेंडेड रियल्टर नहीं हूं। डॉक्यूमेंट्स के साथ कैंप पवार के एक्सपोजर की हम लोगों ने कोई बगैर डॉक्यूमेंट्स की नहीं की। और अगर और एक्सपोजर कराना चाहते तो और भी बहुत कुछ हमारे पास पड़े हैं जो हम अपने कौम के सामने लाकर रखेंगे। मैं ना कभी डरने वाली थी और ना डरूंगी। बहुत लोगों की कारगुजारी हम लोगों ने एक्सपोज किया है, चाहे वो कम्युनिटी लीडर्स हो, चाहे वो पॉलिटिशियंस हो। प्राइम मिनिस्टर की जहां गलती हुई है वो भी आप तक पहुंचाए है, बिल्कुल साफ सुथरे लफ्जों में। आज जब इस बारे में बात कर रहे, वैसे दीदी कल जब मैंने आपको बताया कि दिस इज़ व्हाट हैपेंड टू मी, कि लाइफ थ्रेटनिंग कर रहे, मुझे ये धमकियां दे रहे हैं, तो आपने मुझसे एक सवाल किया कि आशा ना पुलिस को रिपोर्ट कर दो। मैं बड़ी ज़ोर की हंसी, और दीदी आई सेड टू यू कि मुझे RCMP पे बिल्कुल भरोसा नहीं है। बहुत बार थ्रेट्स मिले, बहुत बार बताया, RCMP ने किया क्या? What has RCMP done?
लेकिन आरसीएमपी सतबीर चीमा, पिक्स के सतबीर चीमा के बातें सुनकर हम लोगों के पास आए सवाल उठाने के लिए, और हम लोगों ने सतबीर चीमा को सिर्फ फोन किया था एलिगेशंस के बाद कि सतबीर चीमा आप अपनी तरफ की स्टोरी बताओ। ही डिड नॉट आंसर आवर कॉल्स। हमारी उनके साथ कोई डायरेक्ट बात नहीं हुई थी, पर हमारे घर आरसीएमपी ऑफिसर पहुंच गए थे। इससे पता चलता है कि सतबीर चीमा और उनके बोर्ड ऑफ डायरेक्टर्स की आरसीएमपी के साथ कितना मेल झेल है, क्योंकि एक आरसीएमपी ऑफिसर बोर्ड में भी बैठा है। सो इस तरह की जब बातें हैं तो आपकी ये सवाल मुझे बहुत हंसी लाई। मैं कहा दीदी, पैदा करना और मारने वाला ऊपर वाला है। आरसीएमपी पे ना मुझे भरोसा है, ना मैं आरसीएमपी के दरवाजा खटखटाऊंगी, लेकिन हां, आज मैं जरूर इस बात को शरेआम आप लोगों के सामने, आप लोगों के कचेरी में रख रही हूं। आरसीएमपी, सरी पुलिस सर्विस एंड डेल्टा पुलिस, और इसके अलावा जो भी पॉलिटिशियंस जानना चाहते हैं, आप लोगों के सामने भी ये बात मैं ज़रूर इस कचेरी में आप लोगों के साथ शेयर करूंगी। बड़े थ्रेट्स आते हैं, कल भी मुझे थ्रेट आए, और नाम लेके थ्रेट आया सतबीर चीमा और कैम पवार का। तो कल को अगर हम पर कोई हमला होता है या कोई बातें आती है, हु इज रिस्पॉन्सिबल? कैम पवार एंड सतबीर चीमा। ये बात याद रखें। मैं ज़रूर सभी को बताना चाहती हूं कि इस बात पर गौर करें कि ये थ्रेट कैम पवार के रियल एस्टेट लाइसेंस सस्पेंशन के बाद, एक्सपोज करने के बाद मुझे ये थ्रेट्स आना शुरू किए। सो कल को अगर कुछ भी हो रहा है, हु इज रिस्पॉन्सिबल? कैम पवार, सतबीर चीमा, इन्हें ज़रूर इन्वेस्टिगेट किया जाए, क्योंकि पता नहीं चलता है। वो कहते हैं मारने वाले और पैदा करने वाले तो ऊपर वाला ही है, लेकिन कब कौन वार कर दे पता नहीं चलता। तो इसलिए आज मैं ज़रूर अपने लिसनर्स को ये कहूँगी, मुझे आरसीएमपी पे बिल्कुल भरोसा नहीं। अगर सरी पुलिस सर्विसेज पुलिस ऑफ जुरिस्डिक्शन होते तो शायद मैं उनके पास जाती, शायद मैं एक बार फिर आजमाती अपने किस्मत को, लेकिन नहीं। सो आरसीएमपी को जाकर रिपोर्ट करने का मुझे कोई शौक़ नहीं है, लेकिन मैं अपनी जो लाइफ थ्रेट्स जो कल मुझे मिली है वो आप लोगों की कचेरी में रख रही हूँ। सो यू गाइज शुड नो कि ये सारे कल कैम पवार को एक्सपोज करने के बाद शुरू हुई है, और ये सब चीज़ों का मकसद ये एक ही है, पिक्स के बोर्ड ऑफ डायरेक्टर्स की सिलेक्शन एजीएम मीटिंग पर सितंबर 10 तारीख को होने जा रहा है, जिसके लिए हम लोगों ने आवाज़ उठाई। मीडिया वेव्स के प्लेटफॉर्म से ये आवाज़ उठाया गया और बताया गया लोगों को कि ये एक सिक्रेटिव मीटिंग हो रही है सितंबर 10 तारीख को असिस्टेड लिविंग फैसिलिटी पिक्स के अंदर, और इस वजह से हमने कौम के आंखों को खोला, कम्युनिटी को बताया कि बढ़ चढ़कर हिस्सा लो। पिक्स एक नॉन प्रॉफिट ऑर्गेनाइजेशन है, किसी के बाप दादा की जायदाद नहीं है, ये हम लोगों का, हमारा और आपका टैक्स पेयर्स डॉलर्स है, और इसलिए वी आर supposed to ask them questions and we are supposed to be part of their decisions. ਅੱਛਾ ਨਾ, ਇੱਥੇ ਦੋ ਕੁ ਗੱਲਾਂ ਹੋਰ ਵੀ ਨਾਲ ਕਲੀਅਰ ਕਰਨੀਆਂ ਨੇ। ਹਾਂਜੀ, ਇਹ ਜਿਹੜੀ 4 ਦਿਨ ਦੀ ਰੱਜੀ ਤੇ ਪਿੰਡ ਅਜਾੜਨ ਲੱਗੀ ਵਾਲੀ ਜੁੰਡਲੀ ਹੈ ਨਾ, ਹਾਂਜੀ, ਜਿਨ੍ਹਾਂ ਦਾ ਕੰਮ ਏ ਕਮਿਊਨਿਟੀ ਦੀ ਮਿਹਨਤ ਮਸ਼ੱਕਤ ਦੀਆਂ ਮਲਾਈਆਂ ਖਾਣ ਦਾ ਹੈ, ਚਾਹੇ ਉਹ ਸਤਵੀਰ ਚੀਮਾ ਤੇ ਉਹਦੀ ਪਿਕਸ ਦੀ ਜੁੰਡਲੀ ਹੈ, ਤੇ ਚਾਹੇ ਕੈਮ ਪਵਾਰ ਹੈ। ਇਹਨਾਂ ਨੂੰ ਦੱਸ ਦੇਵਾਂ ਕਿ ਇਸ ਸ਼ਹਿਰ ਦੇ ਵਿੱਚ ਜਦੋਂ ਖੁੱਲੀ ਗੱਲ ਕਰਨ ਦੀ ਨਾ ਕਿਸੇ ਦੀ ਹਿੰਮਤ ਸੀ ਤੇ ਨਾ ਹੀ ਪ੍ਰਥਾ, ਮੈਂ ਉਦੋਂ ਟਾਕ ਸ਼ੋ ਦੇਣੇ ਸ਼ੁਰੂ ਕੀਤੇ ਸੀ।
ਉਦੋਂ ਵੀ ਧਮਕੀਆਂ ਆਉਂਦੀਆਂ ਸੀ ਯਾਰ ਸ਼ਰੇਆਮ ਮੇਰਾ ਚੈਲੰਜ ਸੀ ਜਾ ਕੇ ਲਾਈਨ 'ਚ ਖੜੋ ਚਲਾਵੈਕ ਤੱਕ ਲਾਈਨ ਗਈ ਹੋਈ ਹੈ ਆਪਣੇ ਆਪ ਨੂੰ ਸੁਧਾਰਨ ਦੀ ਬਜਾਏ ਜੋ ਕਹਿੰਦਾ ਹੈ ਉਹਨੂੰ ਖਤਮ ਕਰਨ ਦੀ ਜਿਹੜੀ ਪ੍ਰਥਾ ਹੈ ਨਾ ਅੱਜ ਕੱਲ੍ਹ ਜਰਾ ਜ਼ਿਆਦਾ ਬਲਵਾਨ ਹੋਈ ਹੈ ਕਿਉਂਕਿ ਉਲਟੇ ਸਿੱਧੇ ਕੰਮਾਂ ਦੇ ਨਾਲ ਨਾਜਾਇਜ਼ ਹਰਕਤਾਂ ਦੇ ਨਾਲ ਜਿਹੜਾ ਪੈਸਾ ਜਮ੍ਹਾਂ ਕਰਕੇ ਔਰ ਉਹਦੀ ਖਮਾਰੀ ਚੜੀ ਹੋਈ ਹੈ ਉਹ ਲਾਉਣੀ ਵੀ ਮੈਨੂੰ ਚੰਗੀ ਤਰ੍ਹਾਂ ਆਉਂਦੀ ਹੈ ਹੁਣ ਲਾਈਨ ਚਲਾਵੈਕ ਤੋਂ ਗਾਂਹ ਤੱਕ ਹੋਣੀ ਹੈ ਮਾਰਨ ਦਾ ਹੀਆਂ ਤੁਹਾਡੇ 'ਚ ਹੋਣਾ ਚਾਹੀਦਾ ਹੈ ਫਿਰ ਮੈਂ ਦੇਖਦੀ ਹਾਂ ਵੀ ਕਿਹੜੇ ਭਾਅ ਭਾਜੀ ਵਿਕਦੀ ਹੈ ਹਜੇ ਤਾਂ ਜਿਉਣੀਆਂ ਦਿਖਦੇ ਆ ਮਰੀ ਹੋਈ ਆਈ ਜੀ ਭੂਤਨੀ ਬਣੂ ਕਿ ਸਾਰਿਆਂ ਦੇ ਵਿੱਚ ਥੱਪੜ ਜਦੋਂ ਮਾਰੂ ਲੋਕੀ ਕਹਿਣਗੇ ਕਮਲੇ ਹੋ ਗਏ ਆਪਣੀਆਂ ਮਾੜੀਆਂ ਗੰਦੀਆਂ ਹਰਕਤਾਂ ਛੱਡੋ ਇਹ ਕੋਈ ਪੰਜਾਬ ਦੀ ਗਲੀ ਵਾਲਾ ਨੁੱਕੜ ਵਾਲੀ ਗਲੀ ਨਹੀਂ ਹੈਗੀ ਕਿ ਜਿਨ੍ਹਾਂ ਦੇ ਵਿੱਚ ਖੜ ਕੇ ਤੁਸੀਂ ਜੋ ਮਰਜ਼ੀ ਕਰਦੇ ਜਾਓ ਜਿਹਨੂੰ ਮਰਜ਼ੀ ਧਮਕੀਆਂ ਦਿੰਦੇ ਜਾਓ ਤੇ ਤੁਹਾਡਾ ਕੋਈ ਪੁੱਛਣ ਵਾਲਾ ਹੈ ਨਹੀਂ ਔਰ ਇਸ ਗੱਲ ਦੇ ਉੱਤੇ ਸੁਚੇਤ ਸਿਰਫ ਔਰ ਸਿਰਫ ਪੁਲਿਸ ਹੀ ਨਹੀਂ ਬਲਕਿ ਇਸ ਦੇ ਨਾਲ ਸੰਬੰਧਿਤ ਚੁਣੇ ਹੋਏ ਨੁਮਾਇੰਦੇ ਵੀ ਇਸ ਗੱਲ ਲਈ ਚੇਤੰਨ ਹੋਣ ਕਿ ਇਸ ਤਰ੍ਹਾਂ ਦੀ ਤੁਸੀਂ ਗਲਤਾਨ ਹੋਏ ਆਪਣੇ ਆਪ ਦੇ ਵਿੱਚ ਕਿ ਇਹੋ ਜਿਹੇ ਅਨਸਰ ਦੀ ਇਤਨੀ ਜ਼ਰੂਰਤ ਪੈ ਗਈ ਹੈ ਕਿ ਉਹਨਾਂ ਦੀਆਂ ਗਲਤ ਕਾਰਗੁਜ਼ਾਰੀਆਂ ਤੇ ਸਵਾਲ ਉਠਾਉਣ ਵਾਲੇ ਜਿਹੜਾ ਮੀਡੀਆ ਹੈ ਉਸ ਨੂੰ ਇਹ ਜ਼ਰੂਰਤ ਕਰਨ ਆਪਣੀ ਜ਼ਬਾਨ ਬੰਦ ਕਰਾਉਣ ਦਾ ਹੋਰ ਕਰਨਾ ਚੱਲੇ ਤਾਂ ਮਾਰ ਮਰਈਏ ਦਾ ਕੰਮ ਕਰਨ ਚੁਣੇ ਹੋਏ ਨੁਮਾਇੰਦੇ ਸ਼ਹਿਰ ਦੇ ਹੋਣ ਸੂਬੇ ਦੇ ਹੋਣ ਸੂਬਾ ਸਰਕਾਰ ਹੋਵੇ ਪਬਲਿਕ ਸੇਫਟੀ ਦੀ ਮਿਨਿਸਟਰੀ ਹੋਵੇ ਸਾਡੇ ਮੁੱਖ ਮੰਤਰੀ ਹੋਣ ਉਹਨਾਂ ਨੂੰ ਇਸ ਗੱਲ ਲਈ ਚਤੰਨ ਹੋਣ ਦੀ ਲੋੜ ਹੈ ਪਰ ਗਲਤ ਨੂੰ ਗਲਤ ਕਹਿਣੋਂ ਨਹੀਂ ਹਟਣਾ ਚਾਹੇ ਕੋਈ ਵੀ ਹੋਵੇ ਚਾਹੇ ਅਸੀਂ ਖੁਦ ਕਿਉਂ ਨਾ ਹੋਈਏ ਇਹ क्लियर है ये नहीं बंद होना जी। वैसे सितंबर 10 तारीख को AGM है पिक्स की जहां पर सिलेक्शन की जाएगी बोर्ड ऑफ डायरेक्टर्स की। अभी तक जो हमने पैटर्न देखा है CEO के यार बेलियां ही बोर्ड ऑफ डायरेक्टर्स के सीट्स पर बैठे हैं और जो इनके बैकग्राउंड्स है वो भी हम आप लोगों के सामने ला कर रखे हैं। फाउंडर ऑफ पैक्स चरणपाल गिल ने एक एम्प्लॉई पिक्स के फायर किए थे, आज वही एम्प्लॉई एक बोर्ड ऑफ डायरेक्टर बन के बैठा है और वजह क्या थी फायर करने की? शराब पी के अल्कोहलिक रीज़न के वजह से आज वो भी बोर्ड ऑफ डायरेक्टर में बैठा है। एक सस्पेंडेड रियल्टर कैम पवार जैसा बोर्ड ऑफ डायरेक्टर्स में बैठा हुआ है। तो व्हाट डू यू एक्सपेक्ट कि इस ये बोर्ड ऑफ डायरेक्टर्स से हम कुछ सही एक्सपेक्ट कर सकते हैं? नॉन प्रॉफिट ऑर्गेनाइजेशन पिक्स है जहाँ पर अच्छे काम होना चाहिए, जहाँ पर कारगुजारी पर उंगली नहीं उठना चाहिए, वहाँ आज ये सारे बातें हम सुन रहे हैं, देख रहे हैं। well, एक और बात दीदी, कल जब मुझे कुछ बंदों ने घेर कर ये बात कही कि सतबीर चीमा और कैम पवार से दूर हो जाओ नहीं तो देखना तुम्हें क्या कर लेंगे। अच्छा गल करनी बंद कर दो है मैंने कहा कनु को करतूता बंद कर देना, गलत करनी है नहीं। मैंने उनसे यही कहा, मैं कहा क्या बात हुई, सतबीर चीमा और कैम पवार के पास हिम्मत नहीं है कि वो सामने आकर बात करे? तुम जैसे गुंडों को भेजे मुझसे बात करने के लिए। हाँ। तो एक उसमें से बोला तू देख ले तेरे साथ क्या होना है। मैं कहा पूरे वैंकूवर और सरी को ले आना, जो करना है सामने सामने करना, आ जाए। सो इस तरह के जब धमकियां मिलती है तो मैं तो यही कहूँगी कि कैम पवार और सतबीर चीमा अगर मुझे थ्रेट्स लोगों के हाथ भेजाना चाहते हैं, खुद सामने आकर क्यों नहीं भेजाते? हम तो आपसे लड़ाई झगड़ा तो करना नहीं चाहते, हम तो चाहते कि आप आओ और फेस करो। कैम पवार आकर बता दे कि वो सस्पेंडेड रियल्टर नहीं है, कि जो रियल एस्टेट बोर्ड वालों ने झूठ कहा है, वहाँ पे गलत फाइल लगाया हुआ है और मेरा कोई मंशा नहीं था म्युनिसिपल इलेक्शन में इलेक्शन बर्बाद करने के लिए, और लाख वोटर्स उसके पीछे हट गए, सिर्फ 3000 प्लस वोटर्स उसके साथ खड़े हुए, और सारे जो लाख वोट्स के वो दावा करता था वो पीछे हट गए। उसमें भी तो नहीं कि आशियाना का कोई काम है।
मैं आप लोगों को ये बता दूं, लाख वोटर्स तो मैं नहीं इमेजिन कर सकती हूँ सरी में हो किसी भी कैंडिडेट के लिए, लेकिन कैंप पवार ने दावा किया था लाख वोटर्स का, और खुद मुझसे किया था, किसी और से नहीं। उसने कहा था मेरे तो लाख वोटर्स है। मैं कहा वाह, ये तो बंदा बड़ा काम का है, लाख वोटर्स इसको वोट देने वाले। लेकिन इलेक्शन के बाद सारा कुछ फुस हो गया, 3,000 प्लस ही वोट्स इसको मिला। सो इस तरह के बातें कर कर गुमराह करके इलेक्शन लड़ने का फायदा क्या है? फिर यही सस्पेंडेड रियल्टर सिटी हॉल के चक्करे काट रहा है। हम लोगों ने कई ओकेशंस पे सिटी हॉल गए, वो वहां पर था। सो सारी बातें जब आप हर एक पजल को, पीसेस को लगाते हो तो पजल समझ आता है। और आई एम सॉरी कैंप पवार, हम लोगों का ड्यूटी है कि पजल्स पीसेस इकट्ठे करके पजल की जो पर्दाफाश है वो करना। एंड वी डू दैट, दैट्स आवर जॉब। और आपको अगर इससे बुरा लगा और मुझे लाइव थ्रेट भेजाया, दैट इज माई जॉब एंड दैट्स व्हाट आई एम डूइंग। ये मीडिया का काम है कि अगर कोई गलत करता है उसको एक्सपोज करना, कोई गलत कुछ बोल रहा है उसको एक्सपोज करना। इसका मतलब ये नहीं है कि लोगों को थ्रेट्स देना शुरू कर दो। Why don't you understand? Stop doing all these things. ये जो गलत काम कर रहे हैं इनको बंद करो। Stop doing all these wrong doings. शायद उसके बाद आपका नाम मीडिया वेव्स पे नहीं लिया जाएगा, लेकिन जब आप एक सस्पेंडेड रियल्टर हो, मैंने कल डॉक्यूमेंट्स दिए, then why are you acting in this way? क्या प्रॉब्लम हो गई आपको? क्या सच्चाई आपको बुरा लगने लगा? क्या सच्चाई फेस नहीं कर सकते आप? अभी तो सिर्फ डॉक्यूमेंट्स मैंने एक्सपोज किए हैं, और बहुत सारी बातें हैं जो अभी तक साम कर रखे हुए हैं। जो शराब पार्टीज वगैरह होते हैं, जाम छलकाया जाता है, वो सारे पिक्चर्स भी है हम लोगों के पास, बट दैट इज योर पर्सनल डूइंग। अगर आप पर्सनली ये सब कुछ पसंद करते हो तो वो आपका अपना ख्याल है, हमारा नहीं है। बट जहां रही बोर्ड ऑफ डायरेक्टर्स में बैठकर एक सस्पेंडेड रियल्टर डिसीजंस ले एक नॉन प्रॉफिट ऑर्गेनाइजेशन का, ये नहीं होगा। दिस इज नॉट गोना हैपन। इसके लिए तो आपको एक्सपोज करना ही करना है, बिकॉज दिस इज व्हाट यू आर। अगर आपका लाइसेंस सस्पेंड नहीं होता तो शायद हम लोग नहीं कहते, क्योंकि आपके ऊपर कोई प्रॉब्लम्स नहीं होता। और याद रखो, बोर्ड ऑफ डायरेक्टर्स पिक्स के हर एक बोर्ड ऑफ डायरेक्टर्स के बैकग्राउंड हमने पर्सनली चेक की है। इट्स नॉट ओनली यू। अगर ये आप सोच रहे हो कि आपकी कोई जाती दुश्मनी हम निकाल रहे, या ये हो रहा या वो हो रहा, फलाना ये वो, नहीं। द ट्रूथ इज कि पिक्स के हर एक बोर्ड ऑफ डायरेक्टर्स के बैकग्राउंड चेक की है मैंने, और खुद मैंने अपने आप ही की है। और जहां जहां गलतियां आई है वो खुल के आप लोगों के सामने लेकर आई। मुझे कल धमकी देने वक्त जो अल्कोहलिक डायरेक्टर है, बोर्ड ऑफ डायरेक्टर है, उसका नाम नहीं लिया गया। सिर्फ कैंप पवार ते सतवीर चीमा का नाम क्यों लिया गया? उसकी भी तो हम एवरी डे बात करते हैं। एवरी डे हम बताते हैं कि अल्कोहलिक है, वो क्या नाम है उसका, जो पिक्स का पहले एम्प्लॉय था। एवरी डे हम उसकी भी बात करते हैं, लेकिन उसका तरफ से कोई थ्रेट नहीं आया। Why you? After exposing you, तुम्हारे नाम लेके लोग मुझे लाइफ थ्रेट क्यों दे रहे? ये एक गेम बहुत पुरानी हो चुकी है। मीडिया के लोगों को धमकियां देना, मीडिया के लोगों को डराना धमकाना। मे बी 20 years बैक ये सारी बातें हम लोग बर्दाश्त करते थे, क्योंकि उस वक्त हमारे अपने मीडिया, इंडो कैनेडियन मीडिया जो है वो इतना ज़्यादा अहेड नहीं थे। लेकिन आज खुदा ना खास्ता मेन स्ट्रीम मीडिया वाले हमसे स्टोरी लेते हैं, हमसे पूछते हैं कि व्हाट इज दिस। सो इसलिए प्लीज़
ये जो डराना धमकाना और हर तरह धमका के जी इसको ये बता देना, मैं औरत ज़रूर हूँ लेकिन मर्द गुंडों की धमकियों से डरती नहीं हूँ। आई एम नॉट स्केयर्ड ऑफ इट। बुला लो जहाँ बुलाना है। कल भी आपके भेजे हुए जो भी ये गुंडे जिन्होंने भी भेजे हुए थे मुझे डरा धमका नहीं सके। हाँ, लेकिन उनको भी मैसेज डायरेक्ट पहुंच गया है कि शी इज़ नॉट स्केयर्ड। दम है, चलाओ गोली मारो जी, इट्स ओके। अगर इसी तरह से मरना है इसी तरह से सही, किस्मत में जो लिखा है वही होगा। ਅੱਛਾ ਨਾ, ਦੇਖਦਿਆਂ ਨਿਸ਼ਾਨਾ ਲਾਉਣਾ ਵੀ ਆਉਂਦਾ ਹੈ ਜਾਂ ਕਿ ਜਿਹੇ ਜਿਹੇ ਕਿ ਚੱਜੇ ਕੰਮ ਨੇ ਇਹਨਾਂ ਦੇ बड़े बड़े देखे हैं निशाने लाने वाले। ਨਿਸ਼ਾਨਾ ਆਪਣੇ ਆਪ ਨੂੰ ਕੋਠੇ ਜਿੱਡੇ ਬੰਦੇ ਤੋਂ ਵੀ ਨਿਸ਼ਾਨਾ ਸਿੱਧਾ ਨਹੀਂ ਵੱਜਦਾ। हाँ। ਇਹ ਫੈਕਟ ਹੈ। ਗਲਤ ਗਲਤ ਹੈ। कोई निशान दीवार में मार देता है तो कोई पैर में मार देता है। ਇਹ ਗੱਲ ਤਾਂ ਇਹ ਹੈ ਆਸ਼ਨ, ਜਦੋਂ ਇਹ ਕਹਿਣਾ ਨਾ ਕਿ ਹਾਂ ਕਰ ਦੋ ਬੰਦ, ਨਹੀਂ ਅਸੀਂ ਤੁਹਾਨੂੰ ਦੇਖ ਲਾਂਗੇ, ਸਾਡਾ ਕੰਮ ਹੀ ਇਹੋ ਜਿਹਾ। ਅਗਰ ਅਸੀਂ ਆਪਣੀ ਜਾਨ ਨੂੰ ਪਿਆਰਾ ਰੱਖੀਏ, ਅਗਰ ਅਸੀਂ ਕਿਸੇ ਵੀ ਗੱਲ ਦੇ ਉੱਤੇ ਕੰਪਰੋਮਾਈਜ਼ ਕਰਨ ਨੂੰ ਤਰਜੀਹ ਦਿੰਦੇ ਹੋਈਏ, ਫਿਰ ਇਹ ਕੰਮ ਹੀ ਕਾਹਦੇ ਲਈ ਕਰਨਾ ਹੈ? यस। ਹਰ ਉਹ ਲੋਕ ਜਿਹੜੇ ਸੋਚਦੇ ਆ, ਤੁਸੀਂ ਦੇਖੋ ਐਥਨਿਕ ਮੀਡੀਆ ਦੇ ਵਿੱਚ ਜ਼ਿਆਦਾਤਰ ਧੁਨੀ ਬੰਦੇ ਲੱਗੇ ਹੋਏ ਆ ਜਿਨ੍ਹਾਂ ਨੂੰ ਮੀਡੀਆ ਦੇ ਨਾਲ ਪਿਆਰ ਆ ਤੇ ਉਹ ਆ, ਔਰ ਉਹ ਇਹਦੇ ਨਾਲ ਜੁੜੇ ਰਹਿਣਾ ਚਾਹੁੰਦੇ ਆ ਲੰਬੇ ਸਮੇਂ ਤੱਕ। ਨੈਟਸਨ ਦੇ ਅਰਲੀ 90s ਦੇ ਵਿੱਚ ਜੁੜੀ ਹੋਈ ਟੀਮ ਦੇ ਵਿੱਚ ਕੁਝ ਚਲੇ ਵੀ ਗਏ। ਕਹੀ ਹੋਈ ਗੱਲ ਕਿਸੇ ਨਾ ਕਿਸੇ ਨੂੰ ਬੁਰੀ ਲੱਗਣੀ ਹੈ। ਸਾਨੂੰ ਇਸ ਗੱਲ ਦਾ ਬੜੀ ਚੰਗੀ ਤਰ੍ਹਾਂ ਪਤਾ, ਖਾਸ ਤੌਰ ਦੇ ਤੇ ਉਹ ਵਿਅਕਤੀ ਜਿਹਨੂੰ ਇਹ ਪਤਾ ਕਿ ਉਹ ਗਲਤ ਹੈ ਪਰ ਉਹ ਮੰਨਣਾ ਨਹੀਂ ਚਾਹੁੰਦਾ ਜਾਂ ਚਾਹੁੰਦੀ, ਉਸ ਨੂੰ ਇਹ ਲੱਗਣੀ ਹੈ। ਉਹਦਾ ਪਹਿਲਾ ਰਿਐਕਸ਼ਨ ਕੀ ਹੋਏਗਾ? ਧਮਕਾਉਣਾ, ਡਰਾਉਣਾ, ਕਿਉਂਕਿ ਫਿਤਰਤ ਹੈ। ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਨਹੀਂ ਕਰਨੀ। ਜਿਹੜੇ ਮਾੜਾ ਮੋਟਾ ਦੱਸਣਗੇ ਵੀ ਘੁਮਾ ਫਰਾ ਕੇ ਆਪਣੀਆਂ ਸਫਾਈਆਂ ਦੇਣਗੇ, ਗਲਤ ਕਾਰਗੁਜ਼ਾਰੀ ਬੰਦ ਨਹੀਂ ਕਰਨੀ। ਔਰ ਪਿਕਸ ਵਾਲੇ ਦੇ ਮਸਲੇ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ ਬਾਰ-ਬਾਰ, ਇਹਨੂੰ ਇੱਕ ਖਰਾਤੀ ਸੰਸਥਾ ਦੀ ਬਜਾਏ ਨਿੱਜੀ ਜਿਹੜਾ ਵਪਾਰ ਬਣਾ ਲਿਆ। ਪੋਲੀਟੀਸ਼ੀਅਨਸ ਦੇਖੋ, ਪੋਲੀਟੀਕਲ ਆਪਣਾ ਕੈਰੀਅਰ ਹੀ ਬਣਾ ਲਿਆ। ਉਸੇ ਤਰੀਕੇ ਨਾਲ ਖਰਾਤੀ ਸੰਸਥਾਵਾਂ ਦੇ ਵਿੱਚ ਕਿਸੇ ਨੇ ਪੁੱਛਣਾ ਨਹੀਂ, ਕਿਸੇ ਨੇ ਗਿੱਛਣਾ ਨਹੀਂ। ਉਦਾਹਰਨਾਂ ਦੇ ਕੇ ਪਹਿਲਾਂ ਉਦਾਹਰਨਾਂ ਦੇ ਕੇ ਕਹਿਣਾ ਸੀ ਘੱਟ ਪੈਸੇ ਲਵਾਂਗੇ, ਬਾਅਦ ਦੇ ਵਿੱਚ ਉਸ ਦੀ ਫਿਰੌਤੀ ਫੇਰ ਵੀ ਕਰ ਲੈਣੀ ਹੈ। ਇਹ ਦਰਸਾਉਂਦਾ ਹੈ ਕਿ ਖਰਾਤੀ ਸੰਸਥਾਵਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ वो किस हद तक करप्ट हो चुके हैं। खैर, इस बारे में डिस्कशन जो है वो कंटिन्यू करेंगे। विल बी राइट बैक आफ्टर क्विक कमर्शियल ब्रेक। एक्सप्रैस एंट्री ਦੇ ਵਿੱਚ ਪੀਆਰ ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 209 7928 128 ਸਟਰੀਟ 604 597 1119 ਆਈਡੀਆ ਇਮੀਗ੍ਰੇਸ਼ਨ। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾ ਓਏ ਫੋਨ 604 231 95 92। ਹੁਣੇ ਲਓ ਸਰਦਾਰ 604 231 95 92। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ।
ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। बिरयानी गोट कढ़ाई निहारी चिकन कढ़ाई बाबा की बीफ कबाब कढ़ाई ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ, ਚਾਹੇ वो बिरयानी हो या फिर गोट कढ़ाई। कल दे डिनर भूल नहीं सकती, अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 604 716 8570 604 716 8570। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 1347 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ, ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211 128 ਸਟਰੀਟ ਐਂਡ 96 ਐਵਨਿਊ 6045811900 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾ ਰਹੇ ਨੇ ਪੈਰਾਮਾਉਂਟ ਕਾਰਪੈਟ ਕਲੀਨਿੰਗ ਦੇ ਮਾਨ ਸਾਹਿਬ। 6048613600 ਦੇ ਉੱਤੇ ਕਰ ਸਕਦੇ ਹੋ ਕਾਲ। ਇਹ ਕਮਰਸ਼ੀਅਲ, ਰੈਜ਼ੀਡੈਂਸ਼ੀਅਲ ਬਿਲਡਿੰਗਸ, ਆਫਿਸਿਸ, ਬੈਂਕਟ ਹਾਲਸ ਦੇ ਵਿੱਚ ਬੈਸਟ ਕਾਰਪੈਟ ਤੇ ਫਲੋਰ ਕਲੀਨਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਇਹਨਾਂ ਪਾਸ ਹੈਵੀ ਡਿਊਟੀ ਟਰੱਕ ਮਾਊਂਟਡ ਸਟੀਮ ਕਲੀਨਿੰਗ ਸਿਸਟਮ ਹੈ। ਇਸ ਕਰਕੇ ਅਗਰ ਤੁਸੀਂ ਵੀ ਕਾਰਪੈਟ ਕਲੀਨਿੰਗ, ਅਪਹੋਲਸਟਰੀ ਕਲੀਨਿੰਗ, ਮੈਟਰਸ ਕਲੀਨਿੰਗ, ਡਕ ਕਲੀਨਿੰਗ ਤੇ ਫਰਨਿਸ ਕਲੀਨਿੰਗ ਦੀਆਂ ਸੇਵਾਵਾਂ ਪ੍ਰਾਪਤ ਕਰਨ ਦੇ ਨਾਲ ਟਾਈਲ ਤੇ ਗਰਾਊਂਡ ਕਲੀਨਿੰਗ, ਫਲੋਰ ਟਾਇਲਸ, ਕਿਚਨ ਟਾਇਲ ਤੇ ਵਾਸ਼ਰੂਮ ਟਾਇਲਸ ਕਲੀਨਿੰਗ ਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਨੇ ਤਾਂ ਜੀ ਜ਼ਰੂਰ ਕਰੋ ਕਾਲ ਪੈਰਾਮਾਉਂਟ ਕਾਰਪੈਟ ਕਲੀਨਿੰਗ ਦੇ ਮਾਨ ਸਾਹਿਬ ਹੋਰਾਂ ਨੂੰ 6048613600 604 861 3600 ਦੇ ਉੱਤੇ ਕਰ ਸਕਦੇ ਹੋ ਕਾਲ। ਬਾਕੀ ਜੀ ਪਾਇਲ ਚਾਟ ਹਾਊਸ ਸਰੀ ਦਾ ਪਹਿਲਾ ਰੈਸਟੋਰੈਂਟ ਹੈ ਜਿਹੜਾ 24 ਘੰਟੇ ਖੁੱਲ੍ਹਦਾ ਹੈ ਵੀ ਪਾਇਲ ਬਿਜ਼ਨਸ ਸੈਂਟਰ ਵਿਖੇ। ਅੱਧੀ ਰਾਤ ਪੈਰ ਦੇ ਤੜਕੇ ਭੁੱਖ ਨੇ ਸਤਾਇਆ ਹੈ ਤਾਂ ਤੁਹਾਨੂੰ ਦੂਰ ਜਾਣ ਦੀ ਜ਼ਰੂਰਤ ਨਹੀਂ। ਤੁਸੀਂ ਜਦੋਂ ਹੀ ਫੋਨ ਘੁਮਾਇਆ 6045961990 ਤੇ ਜਾ ਕੇ ਖਾਣੇ ਦਾ ਆਨੰਦ ਮਾਣੋ ਤੇ ਜਾਂ ਫਿਰ ਜੇ ਤੁਸੀਂ ਪੈਕ ਕਰਵਾ ਸਕਦੇ ਹੋ 100 ਬੰਦੇ ਤੱਕ ਦੀ ਕੇਟਰਿੰਗ ਦੇ ਲਈ ਹਰਨੇਕ ਹੋਰਾਂ ਦਾ ਟੈਲੀਫੋਨ ਨੰਬਰ 6045187444 ਤੇ ਕਰ ਸਕਦੇ ਹੋ ਜੀ ਸੰਪਰਕ।
ਬਾਕੀ ਇਸ ਦੇ ਨਾਲ ਟਰੱਕ ਡਰਾਈਵਰ ਵੀਰਾਂ ਨੂੰ ਗੁਜ਼ਾਰਿਸ਼ ਹੈ ਜੀ, ਤੁਸੀਂ ਕੰਮ ਦੀ ਤਲਾਸ਼ ਦੇ ਵਿੱਚੋਂ ਅਗਰ ਤੁਹਾਡੇ ਪਾਸ 1 ਸਾਲ ਦਾ ਤਜਰਬਾ ਹੈ ਤਾਂ ਲੋਕਲ ਕੰਪਨੀ ਨੂੰ ਲੋਕਲ ਤੇ ਲੌਂਗ ਹਾਲ ਟਰੱਕ ਡਰਾਈਵਰਸ ਤੁਰੰਤ ਚਾਹੀਦੇ ਨੇ, ਔਰ ਲੌਂਗ ਹਾਲ ਡਰਾਈਵਰਸ ਨੂੰ 70 ਸੈਂਟ ਪ੍ਰਤੀ ਮੀਲ ਦੇ ਹਿਸਾਬ ਦੇ ਨਾਲ ਪੇ ਕੀਤਾ ਜਾਏਗਾ। 604 725 4259 ਦੇ ਉੱਤੇ ਕਰ ਸਕਦੇ ਹੋ ਕਾਲ, 604 725 4259 ਦੇ ਉੱਤੇ ਕਰ ਸਕਦੇ ਹੋ ਜੀ ਕਾਲ। ਫੌਜਦਾਰੀ ਮੁਕੱਦਮਾ ਪੈ ਗਿਆ ਤਾਂ ਕ੍ਰਿਮੀਨਲ ਲਾਇਰ ਗਗਨ ਨਾਹਲ ਨੂੰ ਫੋਨ ਕਰਨਾ ਬਣਦਾ ਹੈ, 604 527 4769। ਸੈਕਸ਼ੂਅਲ ਅਸਾਲਟ ਥੈਫਟ ਤੇ ਡਰਾਈਵਿੰਗ ਅਫੈਂਸਿਸ ਵਰਗੇ ਚਾਰਜ ਦਾ ਸਾਹਮਣਾ ਕਰ ਰਹੇ ਹੋ ਤਾਂ BC, ਅਲਬਰਟਾ, ਮੈਨੀਟੋਬਾ ਤੇ ਅੰਟਾਰੀਓ 4 ਸੂਬਿਆਂ ਦੇ ਵਿੱਚ ਬੜੀ ਪੇਚੀਦਾ ਕੇਸ ਜਿੱਤ ਕੇ ਆਪਣੇ ਕਲਾਇੰਟਸ ਨੂੰ ਦੇ ਚੁੱਕੇ ਕ੍ਰਿਮੀਨਲ ਲਾਇਰ ਗਗਨ ਨਾਹਲ ਦੇ ਦਫ਼ਤਰ ਵਿਖੇ ਪਧਾਰੋ। ਪਤਾ ਹੈ 6625 152A ਸਟੇਟ, ਟੈਲੀਫੋਨ ਨੰਬਰ 604 527 4769 ਦੇ ਉੱਤੇ ਕਰ ਸਕਦੇ ਹੋ ਕਾਲ। ਬਾਕੀ ਇਸ ਦੇ ਨਾਲ ਦੱਸ ਦੇਈਏ ਕਿ ਫੈਮਿਲੀ ਕੇਅਰ ਫਾਰਮੇਸੀ ਪ੍ਰੋਗਰਾਮ ਦੇ ਸਪਾਂਸਰ ਨੇ, ਜਿੱਥੋਂ ਤੁਸੀਂ ਹਰ ਪ੍ਰਕਾਰ ਦੀ ਦਵਾਈ ਬੂਟੀ, ਵਿਟਾਮਿਨ, ਸਪਲੀਮੈਂਟਸ, ਹਰਬਲ ਮੈਡੀਸਨਸ ਲੈ ਸਕਦੇ ਹੋ। ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਹੈ ਅਗਰ ਤੁਹਾਨੂੰ ਲੋੜ ਹੈ। ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਨੇ। 3 ਲੋਕੇਸ਼ਨਸ ਨੇ ਇਹਨਾਂ ਦੀਆਂ, ਡੈਲਟਾ, ਸਰੀ ਤੇ ਵਾਈਟ ਰੌਕ ਵਿਖੇ। 8925 ਸਕਾਟ ਰੋਡ ਡੈਲਟਾ, 128 ਸਟਰੀਟ ਐਂਡ 96 ਐਵਨਿਊ ਸਰੀ, 1539 ਜੌਨਸਨ ਰੋਡ ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ ਦੇ ਨਾਲ ਸੰਪਰਕ ਕਰਨ ਲਈ ਟੈਲੀਫੋਨ ਨੰਬਰ ਹੈ 604 599 0211, 604 581 1900 ਦੇ ਉੱਤੇ ਤੁਸੀਂ ਕਰ ਸਕਦੇ ਹੋ ਜੀ ਉਹਨਾਂ ਨੂੰ ਕਾਲ, ਔਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਫੈਮਿਲੀ ਕੇਅਰ ਫਾਰਮੇਸੀ ਤੋਂ। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਅੰਤਰਗਤ ਅੱਜ ਜੋ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਗਰ ਕਤਾਈਆਂ ਨੂੰ ਆਪਣਾ ਹੱਕ ਸਮਝ ਲਿਆ ਜਾਵੇ, ਉਹ ਉਨੇ ਹੀ ਹਾਲਾਤਾਂ ਦੇ ਵਿੱਚ ਹੁੰਦਾ ਹੈ ਜਦੋਂ ਤੁਹਾਨੂੰ ਪਤਾ ਹੈ ਕਿ ਦੈਟ ਯੂ ਕੈਨ ਗੈਟ ਅਵੇ ਵਿਦ ਦੈਟ। ਜਿਹੜੇ ਕ੍ਰਿਮੀਨਲ ਨੇ ਨਾ, ਜਦੋਂ ਉਹਨਾਂ ਨੂੰ ਇਹ ਹੋ ਜਾਵੇ ਕਿ ਹਾਂ ਅਸੀਂ ਕ੍ਰਾਈਮ ਕਰਨ ਤੋਂ ਬਾਅਦ ਸਾਨੂੰ ਫੜਨ ਵਾਲੀ ਕੋਈ ਪੁਲਿਸ ਹੈ ਨਹੀਂ, ਕੋਈ ਲੋਕਾਂ ਨੂੰ ਅਸੀਂ ਡਰਾ ਲਿਆ, ਉਹਨਾਂ ਨੂੰ ਚੁੱਪ ਕਰਾ ਲਿਆ, ਤੇ ਉਹ ਕਰ ਗੁਜ਼ਰਦੇ ਆ, ਘਟਦੇ ਨਹੀਂ, ਹਮੇਸ਼ਾ ਵੱਧਦੇ ਆ। ਸ਼ਿਕਾਗੋ ਦੀ ਅਕਸਰ ਮੈਂ ਤੁਹਾਨੂੰ ਉਦਾਹਰਨ ਦਿੰਦੀ ਹੁੰਦੀ। ਔਰ ਯਾਦ ਰਹੇ, ਇਹਨਾਂ ਹਾਲਾਤਾਂ ਦੇ ਵਿੱਚ ਸਰੀ ਨਿਰੰਤਰ ਵੱਧ ਰਿਹਾ ਸ਼ਹਿਰ ਹੈ, ਜਿਹਦੀ ਬਸੋਂ ਹਰ ਮਹੀਨੇ 1000 ਤੋਂ 1200 ਨਵਾਂ ਬੰਦਾ ਸ਼ਾਮਲ ਹੁੰਦਾ ਹੈ। ਅੱਜ ਹੀ ਸਵੇਰੇ ਸੁਣ ਰਹੀ ਸਾਂ ਕਿ 2500 ਤਾਂ ਜਵਾਕ ਹੀ ਨਵੇਂ ਸਕੂਲਾਂ ਦੇ ਵਿੱਚ ਹੈ ਜਿਹੜਾ ਦਾਖਲ ਹੋਇਆ ਇਸ ਸੈਸ਼ਨ 'ਚ। ਤੁਸੀਂ ਸੋਚ ਸਕਦੇ ਹੋ ਜਿਹੜੀ ਬਸੋਂ ਦੀ ਬੜੋਤਰੀ ਕਿੱਡੀ ਵੱਡੀ ਵਾਧੇ 'ਚ, ਕਿੱਡੀ ਵੱਡੀ ਦਰ 'ਤੇ ਹੈ। ਜਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਹੈ ਤਾਂ ਬਹੁਤ ਕੁਝ ਬਦਲਦਾ ਹੈ। ਨਵੇਂ ਆਏ ਹੋਏ ਲੋਕਾਂ ਦੀ ਮੁੜ ਬਹਾਲੀ ਦੇ ਲਈ, ਨਵੇਂ ਲੋਕਾਂ ਨੂੰ ਹਰ ਪ੍ਰਕਾਰ ਦੀ ਮਦਦ ਮੁਹੱਈਆ ਕਰਾਉਣ ਦੀ ਮਨਸ਼ਾ ਹਿੱਤ ਸਾਡੇ ਸ਼ਹਿਰ ਦੀ ਸਰਕਾਰ, ਸੂਬੇ ਦੀ ਸਰਕਾਰ ਤੇ ਫੈਡਰਲ ਸਰਕਾਰ ਹੈ ਜਿਹੜੀ, ਜਿੱਥੇ ਜਿੰਨੇ ਜ਼ਿਆਦਾ ਲੋਕ ਚਾਹੁੰਦੇ ਨੇ, ਬਹੁਤ ਵੱਡੀ ਰਾਸ਼ੀ ਹੈ ਜਿਹੜੀ ਉਹ ਇਸ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਇਹੋ ਜਿਹੀਆਂ ਸੁਸਾਇਟੀਆਂ ਨੂੰ ਦਿੰਦੀ ਹੈ। ਨਿਰਸੰਦੇਹ ਇੱਕ ਵਿਸ਼ਵਾਸ ਦੇ ਆਧਾਰ ਦੇ ਉੱਤੇ ਟੈਕਸ ਪੇਅਰਸ ਦੀ ਮਿਹਨਤ ਨਾਲ ਕਮਾਇਆ ਹੋਇਆ ਜਿਹੜਾ ਪੈਸਾ, ਉਸ ਦੇ ਵਿੱਚੋਂ ਚੌਖਾ ਹਿੱਸਾ ਜਿਹੜਾ ਹਰ ਇੱਕ ਵਿਅਕਤੀ ਤਨਖਾਹ ਦੇ ਚੈੱਕ 'ਚੋਂ ਦਿੰਦਾ, ਉਹਦੇ ਵਿੱਚੋਂ ਹਿੱਸਾ ਇਹੋ ਜਿਹੀਆਂ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ। ਪਰ ਜਦੋਂ ਚੰਡਾਲ ਚੌਂਕੜੀ ਜਿਸ ਤਰ੍ਹਾਂ ਦੀ ਪੈਕਸ ਦੇ ਵਿੱਚ ਇਕੱਠੀ ਹੋਈ ਹੈ, ਉਹ ਇਹ ਸੋਚ ਲੈਂਦੀ ਹੈ ਕਿ ਕਮਲੇ ਬਣਦੇ ਆ ਸਰਕਾਰ ਵੀ ਤੇ ਬਾਕੀ ਸਾਰੇ। ਸਮਝ ਤਾਂ ਸਾਨੂੰ ਹੈ, ਅਕਲ ਤਾਂ ਸਾਨੂੰ ਹੀ ਹੈ, ਸਾਨੂੰ ਕੰਮ ਕਰਨ ਦੀ ਕੀ ਲੋੜ ਹੈ? ਇਹਨਾਂ ਨੂੰ ਮੂਰਖਾਂ ਨੂੰ ਕਰਨ ਦਿਓ ਤੇ ਇਹਨਾਂ ਨੂੰ ਠੱਗੀ ਲਾਓ। ਇਸ ਸੋਚ ਦੇ ਅੰਤਰਗਤ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖਦੇ ਹੋਏ ਹਰ ਪ੍ਰਕਾਰ ਦੀਆਂ ਕਾਰਗੁਜ਼ਾਰੀਆਂ ਕਰਦੇ ਨੇ। ਔਰ ਉਦੋਂ ਕੰਮ ਇਹ ਹੋਰ ਵੀ ਆਸਾਨ ਹੋ ਜਾਂਦਾ ਹੈ ਜਦੋਂ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਬੈਠੇ ਹੋਏ ਦਾਗੀ ਬੋਰਡ ਮੈਂਬਰ ਸ਼ਾਮਲ ਹੋ ਜਾਣ, ਕਿਉਂਕਿ ਜਿਹਦੇ ਆਪ ਖੁਦ ਆਪਣੀਆਂ ਲਾਲਸਾਵਾਂ ਜਿਨ੍ਹਾਂ ਦੇ ਕੰਟਰੋਲ 'ਚ ਨਹੀਂ ਹਨ, ਉਹ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਕਿਵੇਂ ਉਠਾਉਣਗੇ? ਫਿਰ ਤਾਂ ਉਹੀ ਗੱਲ ਹੋਏਗੀ, ਹਮਾਮ ਮੇ ਸਭੀ ਨੰਗੇ ਹੈ। ਯਾਦ ਰਹੇ, ਪਿਕਸ ਦੇ ਵਿੱਚ ਸਤਵੀਰ ਸਿੰਘ ਚੀਮਾ ਤੇ ਉਹਦੀ ਪੂਰੀ ਦੀ ਪੂਰੀ ਜੁੰਡਲੀ ਨੇ ਮਿਲ ਕੇ ਉਹ ਇਸ ਤਰ੍ਹਾਂ ਦੇ ਬੋਰਡ ਆਫ ਡਾਇਰੈਕਟਰਸ ਜਮ੍ਹਾਂ ਕੀਤੇ ਜਿਹੜੇ ਖੁਦ ਆਪਣੀ ਕਾਰਗੁਜ਼ਾਰੀ ਦੇ ਵਿੱਚ ਕਤਾਈਆਂ ਕਰ ਚੁੱਕੇ ਨੇ, ਤਾਂ ਕਿ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਮਰੋੜਨਾ ਆਸਾਨ ਹੋ ਜਾਵੇ।
ਸਵਾਲ ਇਹ ਹੁੰਦਾ ਹੈ, ਪੈਦਾ ਹੁੰਦਾ ਹੈ ਕਿ ਉਹ ਲੋਕ ਜਿਨ੍ਹਾਂ ਦੀ ਮੁੜ ਬਹਾਲੀ ਦੇ ਅੰਤਰਗਤ ਆ ਰਹੀਆਂ ਸਮੱਸਿਆਵਾਂ ਦੇ ਸੁਲਝਾਅ ਦੇ ਲਈ ਮਦਦ ਲਈ ਸਰਕਾਰ ਇੰਨੀ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਮਿਲੀਅਨਸ ਆਫ ਡਾਲਰਸ ਨੇ ਜਿਹੜੇ ਉਹ ਇਸ ਸੰਸਥਾ ਨੂੰ ਦਿੰਦੀ ਹੈ, ਔਰ ਉਹਦੇ ਹੀ ਡਾਇਰੈਕਟਰ, ਕੁਝ ਕੁ ਡਾਇਰੈਕਟਰ ਤੇ ਉਹਦਾ ਹੀ ਸੀਈਓ ਦੀ ਕਾਰਗੁਜ਼ਾਰੀ ਤੇ ਉੱਠੇ ਹੋਏ ਸਵਾਲਾਂ ਨੂੰ ਸੁਧਾਰਨ, ਜਵਾਬ ਦੇਣ ਦੀ ਬਜਾਏ ਧਮਕੀਆਂ ਦੇ ਰਹੇ ਨੇ। ਇਹ ਗਰੰਟੀ ਹੈ, ਇਟਸ ਨੋਟ ਰੈੱਡ ਫਲੈਗ, ਇਹ ਤਾਂ ਚੰਗੀ ਤਰ੍ਹਾਂ ਬਾਵਾ ਲਾਲ ਝੰਡਾ ਝੁੱਲਣ ਵਾਲੀ ਗੱਲ ਹੈ ਕਿ ਹਜੇ ਹੋਰ ਬਹੁਤ ਕੁਛ ਹੈ। ਅਦਰਵਾਈਜ਼ ਜੇ ਤੁਸੀਂ ਸਹੀ ਹੋ, ਤੁਹਾਨੂੰ ਪਤਾ ਤੁਸੀਂ ਕੁਝ ਗਲਤ ਨਹੀਂ ਕਰ ਰਹੇ, ਉੱਠੇ ਸਵਾਲ ਤੁਹਾਨੂੰ ਕਿਉਂ ਤਕਲੀਫ ਦੇਣ। ਕੱਲ ਜਿਉਂ ਹੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਕਹਿਣ ਦੇ ਉੱਤੇ ਕਿਹਾ ਕਿ ਕੀ ਗੱਲ ਤੁਸੀਂ ਨਹੁੰ ਕਿਉਂ ਲੁਕੋ ਰਹੇ ਹੋ, ਅਸੀਂ ਨਹੁੰ ਲੁਕਾਉਣਾ ਕਾਹਦੇ ਲਈ ਹੈ। ਅਗਰ ਕੈਂਪ ਪਵਾਰ ਪਿਕਸ ਦੇ ਬੋਰਡ ਦੇ ਉੱਤੇ ਹੈ ਔਰ ਉਹ ਆਪਣੀਆਂ ਗਲਤ ਕਾਰਗੁਜ਼ਾਰੀਆਂ ਦੇ ਕਾਰਨ ਰੀਅਲ ਏਸਟੇਟ ਦੇ ਕੰਮ ਦੇ ਵਿੱਚ ਉਸ ਨੂੰ ਸਸਪੈਂਡ ਕੀਤਾ ਗਿਆ ਹੈ, ਤਾਂ ਇਹ ਆਮ ਪਬਲਿਕ ਨੂੰ ਪਤਾ ਹੋਣਾ ਚਾਹੀਦਾ। ਨੰਬਰ 1 ਤਾਂ ਬੋਰਡ ਤੇ ਨਹੀਂ ਸੀ ਹੋਣਾ ਚਾਹੀਦਾ, ਜੇ ਸੀ ਤਾਂ ਇਹ ਜਾਣਕਾਰੀ ਜਨਤਕ ਹੋਣੀ ਚਾਹੀਦੀ ਹੈ ਪਿਕਸ ਦੇ, ਜਿੱਥੇ ਲਿਖਿਆ ਹੁੰਦਾ ਨਾ ਬੋਰਡ ਮੈਂਬਰ ਕੈਂਪ ਵਾਰ ਦੇ ਨਾਲੇ ਵੀ ਲਿਖਿਆ ਜਾਵੇ ਕਿ ਇੰਨੇ ਸਮੇਂ ਲਈ ਆਹ ਕਤਾਈਆਂ ਕਰਕੇ ਇਹ ਸਸਪੈਂਡ ਹੋਇਆ। ਔਰ ਉਸ ਸੁਧਾਰ ਲਈ ਇਹਨੇ ਕੀ ਕੀਤਾ, ਉਹ ਦੱਸਣ ਦੀ ਬਜਾਏ ਅੱਛਾ ਜਿਹੜੇ ਬੋਲਦੇ ਆ ਇਹ ਜਨਾਨੀਆਂ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਕਰਦੇ ਆ ਚੁੱਪ, ਇਹਨਾਂ ਨੂੰ ਕਰਾਉਣੇ ਆ ਚੁੱਪ। ਯਾਦ ਰਹੇ, ਚੌਧਰੀਆਂ ਦੀ ਧੀਆਂ ਮੈਂ, ਡਰਦੀ ਤਾਂ ਮੈਂ ਬੜਿਆਂ ਤੋਂ ਨਹੀਂ। ਔਰ ਤੁਹਾਡੀ ਜਾਤ ਤਾਂ ਉਹ ਹੈ ਵੀ ਜਿਹੜੀ ਛਾਉਣੀ ਦੇ ਵਿੱਚ ਨੁੱਕੜ ਤੇ ਖੜ ਕੇ ਆਮ ਜਵਾਕਾਂ ਨੂੰ ਡਰਾਉਣ ਵਾਲੀ, ਦਬਕੇ ਮਾਰਨ ਵਾਲੀ। ਇਹ ਜਿਹੀਆਂ ਕਤਤਵਾਜੀਆਂ ਮੈਂ ਬੜੀ ਚੰਗੀ ਤਰ੍ਹਾਂ ਦੇਖੀਆਂ ਹੋਈਆਂ ਨੇ। ਆਪਣੇ ਆਪ ਨੂੰ ਸੁਧਾਰੋ। ਇੱਥੇ ਸਿਰਫ ਔਰ ਸਿਰਫ ਤੁਹਾਡੀਆਂ ਕਤਾਈਆਂ ਨਹੀਂ ਹਨ, ਪੂਰੇ ਮਾਸ਼ਰੇ ਨੂੰ ਨੀਵਾਂ ਕਰਨ ਵਾਲੀਆਂ ਨੇ। ਉਹ ਲੋਕ ਜਿਨ੍ਹਾਂ ਨੇ ਜੰਗਲ ਕੱਟ ਕੇ ਖੇਤੀਬਾੜੀ ਵਾਲੀ ਜ਼ਮੀਨ ਬਣਾ ਕੇ 100 ਸਾਲ, ਜਿਹੜੇ ਆਪਣੇ ਟੱਬਰਾਂ ਤੋਂ 20 30 ਸਾਲ ਪਰੇ ਰਹੇ ਨੇ, ਤਰਸਦੇ ਰਹੇ ਨੇ ਇੱਕ ਚਿੱਠੀ ਦੇ ਲਈ, ਇਹ ਉਹਨਾਂ ਦੀ ਮਿਹਨਤ ਹੈ। ਔਰ ਉਸ ਨੂੰ ਤੁਸੀਂ ਆਪਣੀ ਕਮਜ਼ਰਬੀ ਲਈ, ਆਪਣੇ ਨਿੱਕੇ ਲਾਲਚਾਂ ਲਈ ਇਸ ਤਰ੍ਹਾਂ ਕਲੰਕਿਤ ਕਰ ਜਾਵੋ और मीडिया चुप रहे, यू आर मिस्टेकन। खैर दोस्तों, आप सभी से ये ज़रूर गुजारिश करूँगी कि सितंबर 10 तारीख पिक्स के AGM मीटिंग जो इनकी असिस्टेड लिविंग फैसिलिटी में हो रही है उस पर आप ज़रूर पहुँचो। हमें पता है कि वो कहते हैं कि कई लाइफ टाइम मेंबर्स को ईमेल्स नहीं गए, बड़े सिक्रेटिव AGM मीटिंग कर रहे हैं पिक्स वाले, किस बात को छुपा रहे हैं। अगर कोई बात छुपाना नहीं है तो आम पब्लिक के सामने ये AGM मीटिंग होना चाहिए, लोगों को भी पता हो कि ट्रांसपेरेंसी क्या है पिक्स के अंदर। जो सवाल उठ रहे, एलिगेशंस आ रहे पिक्स पर, वो क्या क्या है, उसका जवाब क्या CEO खड़े होकर दे सकेगा, बोर्ड ऑफ डायरेक्टर्स उसके जवाब दे सकेगा। दम तो तब है ना जब बोर्ड ऑफ डायरेक्टर्स और CEO बड़े ही छाती ठोक कर ये बात कहे कि पिक्स के अंदर कुछ गलत नहीं हो रहा। दिस इज व्हाट वी वांट। लेकिन ये होगा नहीं, क्योंकि ये सारा कुछ छुपा छुपा कर ही करना है। और जब मीडिया इसको एक्सपोज कर रहे, जब हम लोग इसके बारे में बात कर रहे, बता रहे लोगों को, तो हमें धमकियां मिल रही है। मैं दीदी हैरान हूं कि कल हमने सस्पेंडेड रियल्टर कैंप पवार जो सिटी काउंसिल के लिए भी लड़ा था 1 लाख वोट के दावा करके, उसके बारे में जब बात की तो मुझे ये धमकियां मिलना शुरू हो गई, नाम लेके धमकियां देना शुरू हो गए। धमकियां हर वक्त मिलते हैं, लोग धमकी देते हैं, लेकिन धमकी देने वाले के अंदर कुछ सच्चाई तो होवे। कोई सच्चाई बात लेकर धमकी दे। मैं पहले भी ये दावा कर चुकी हूं कि कैंप पवार को कहो कि आकर इस बात की सफाई दे दे कि वो सस्पेंडेड नहीं है, उसने कोई गलत काम नहीं किए, रियल एस्टेट बोर्ड वालों ने उसे बेवजह सस्पेंड कर दिए। हो सकता है उसकी अपनी कोई कहानी हो। हम आपको भी फ्री टाइम एयर पर दे रहे, आ जाइए, आप बात कर लीजिए। ये मारने मराने वाले लाइफ थ्रेट्स वाली बातें क्यों? मीडिया का काम है ये बातें सामने लेकर आना,
तो अगर आपके पास कोई जवाब है, आ जाओ जी, हॉट सीट पे बैठ जाओ असली हॉट सीट। और बता दो जी कि क्या आपके जवाब क्या है, या हमने कोई गलत आपके बारे में बोला है। सतबीर चीमा को अगर कोई इसी चीज़ की प्रॉब्लम है, सतबीर चीमा कहे कि मैं $145,000 तनख्वाह नहीं ले रहा हूँ, या मेरा जो बैंक पे जो 2+2 का 4 कैसे बनाया गया, वो सारी बातें अगर आपने जवाब देना सतबीर चीमा, यू आर मोस्ट वेलकम टू कम एंड गिव दैट। वो जवाब आप हमें ज़रूर दे सकते हो, लेकिन इस तरह से छुप छुप के धमकियाँ नहीं है। इट डजंट वर्क एनी मोर, इट डजंट वर्क एनी मोर। और मैं ना कभी धमकी से डरी हूँ और ना डरने वाली हूँ। जो भी है वो तो मैं वो हूँ जो अपने रिलीजन की ईमान पर जीती हूँ, और मेरा ईमान है मेरा अल्लाह। जब वो मानना चाहेगा तो ज़रूर, कोई हवा भी नहीं रोक सकेगा उसे। लेकिन केएम पवार और सतबीर चीमा के नाम लेकर मुझे लाइफ थ्रेट्स देने वाले, गो फिगर इट आउट योरसेल्फ कि हाँ हिम्मत है, कर सकोगे। खैर वापस आते हैं कुछ व्यापारिक संदेशों के बाद।